ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਸੰਦੇਸ਼ ਔਲਖ ਸ਼ਰਮਾ। ਜਗਬਾਣੀ ਟੀਵੀ ਤੇ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ। ਵੇਲੇ ਹੁਣ ਤੱਕ ਦੇ ਖਬਰਾਂ ਦੇ ਵਿਸਤਾਰ ਵਿੱਚ ਜਾਣ ਤੋਂ ਪਹਿਲਾਂ ਇੱਕ ਨਜ਼ਰ ਸੁਰਖੀਆਂ ਤੇ। 16 ਸਾਲ ਦੀ ਮੁਸਲਿਮ ਲੜਕੀ ਮਰਜ਼ੀ ਨਾਲ ਵਿਆਹ ਕਰਵਾਉਣ ਦੇ ਲਈ ਆਜ਼ਾਦ। ਸੁਖਵਿਲਾਸ ਹੋਟਲ ਤੇ ਗਰਮਾਈ ਸਿਆਸਤ। ਸੁਖਬੀਰ ਬਾਦਲ ਦਾ ਸੀਐਮ ਮਾਨ ਨੂੰ ਚੈਲੰਜ, ਜੋ ਇਨਕੁਆਇਰੀ ਕਰਨੀ ਹੈ ਕਰਵਾ ਲਓ। ਅਤੇ 21 ਜੂਨ ਨੂੰ ਰੌਕ ਗਾਰਡਨ ਵਿੱਚ ਹੋਵੇਗਾ ਸਮਾਗਮ। ਟ੍ਰੈਫਿਕ ਪੁਲਿਸ ਨੇ ਜਾਰੀ ਕੀਤੀ ਐਡਵਾਈਜ਼ਰੀ। ਤੇ ਹੁਣ ਖਬਰਾਂ ਵਿਸਤਾਰ ਨਾਲ। ਖਬਰਾਂ ਦੀ ਸ਼ੁਰੂਆਤ ਵਿੱਚ ਸਭ ਤੋਂ ਪਹਿਲਾਂ ਗੱਲ ਕਰਾਂਗੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੀ, ਜਿਸ ਨੇ ਇੱਕ ਵੱਡਾ ਤੇ ਅਹਿਮ ਫੈਸਲਾ ਸੁਣਾਇਆ ਹੈ। ਫੈਸਲਾ ਮੁਸਲਮਾਨਾਂ ਨੂੰ ਲੈ ਕੇ ਹੈ। ਦਰਅਸਲ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕਿਹਾ ਹੈ ਕਿ ਹੁਣ 16 ਸਾਲ ਦੀ ਮੁਸਲਿਮ ਕੁੜੀ ਆਪਣੀ ਮਰਜ਼ੀ ਦੇ ਨਾਲ ਵਿਆਹ ਕਰਵਾਉਣ ਦੇ ਲਈ ਆਜ਼ਾਦ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇੱਕ ਮਾਮਲੇ ਦੇ ਵਿੱਚ ਅਹਿਮ ਫੈਸਲਾ ਸੁਣਾਉਂਦੇ ਹੋਏ ਕਿਹਾ ਹੈ ਕਿ 16 ਸਾਲ ਦੀ ਮੁਸਲਿਮ ਲੜਕੀ ਆਪਣੀ ਪਸੰਦ ਦੇ ਵਿਅਕਤੀ ਦੇ ਨਾਲ ਵਿਆਹ ਕਰਾਉਣ ਦੇ ਲਈ ਆਜ਼ਾਦ ਹੈ। ਹਾਈ ਕੋਰਟ ਦੇ ਜਸਟਿਸ ਜਸਜੀਤ ਸਿੰਘ ਬੇਦੀ ਦੀ ਇੱਕ ਬੈਂਚ ਨੇ 16 ਸਾਲ ਦੀ ਮੁਸਲਿਮ ਲੜਕੀ ਦੀ ਪ੍ਰੋਟੈਕਸ਼ਨ ਯਾਚਿਕਾ ਉੱਤੇ ਸੁਣਵਾਈ ਕਰਦੇ ਹੋਏ ਇਹ ਹੁਕਮ ਜਾਰੀ ਕੀਤੇ ਨੇ। ਇਸ ਲੜਕੀ ਨੇ 21 ਸਾਲ ਦੇ ਲੜਕੇ ਨਾਲ ਨਿਕਾਹ ਕਰ ਲਿਆ ਸੀ, ਜਿਸ ਤੋਂ ਬਾਅਦ ਹਾਈ ਕੋਰਟ ਦੇ ਵਿੱਚ ਪ੍ਰੇਮੀ ਜੋੜਾ ਸੁਰੱਖਿਆ ਮੰਗਣ ਲਈ ਆਇਆ ਸੀ ਤੇ ਜੋੜੇ ਨੇ ਆਪਣੇ ਪਰਿਵਾਰ ਤੋਂ ਖੁਦ ਦੀ ਜਾਨ ਨੂੰ ਖਤਰਾ ਦੱਸਿਆ ਸੀ। ਮਾਮਲੇ ਦੇ ਵਿੱਚ ਐਸਐਸਪੀ ਪਠਾਨਕੋਟ ਨੂੰ ਇਹ ਹੁਕਮ ਦਿੱਤੇ ਗਏ ਨੇ ਕਿ ਕਾਨੂੰਨ ਦੇ ਮੁਤਾਬਿਕ ਸਬੰਧਿਤ ਮੰਗ ਪੱਤਰ ਉੱਤੇ ਫੈਸਲਾ ਲਿਆ ਜਾਵੇ ਤੇ ਹਾਈ ਕੋਰਟ ਦਾ ਕਹਿਣਾ ਹੈ ਕਿ ਯਾਚਿਕਾ ਕਰਨ ਵਾਲੇ ਪੱਖ ਦੀ ਸ਼ੰਕਾ ਦਾ ਹੱਲ ਕਰਨਾ ਜ਼ਰੂਰੀ ਹੈ ਤੇ ਹਾਈ ਕੋਰਟ ਇਸ ਮੁੱਦੇ ਤੇ ਆਪਣੀਆਂ ਅੱਖਾਂ ਬੰਦ ਕਰਕੇ ਨਹੀਂ ਰਹਿ ਸਕਦਾ। ਉਧਰ ਪ੍ਰੇਮੀ ਜੋੜੇ ਨੇ ਵੀ ਦੱਸਿਆ ਕਿ ਉਹਨਾਂ ਨੂੰ ਆਪਸ ਦੇ ਵਿੱਚ ਪ੍ਰੇਮ ਹੋ ਗਿਆ ਸੀ, ਜਿਸ ਤੋਂ ਬਾਅਦ ਉਹਨਾਂ ਨੇ 8 ਜੂਨ ਨੂੰ ਆਪਣਾ ਨਿਕਾਹ ਕਰ ਲਿਆ ਸੀ ਤੇ ਮੁਸਲਿਮ ਰੀਤੀ ਰਿਵਾਜ਼ਾਂ ਦੇ ਮੁਤਾਬਿਕ ਇਹ ਨਿਕਾਹ ਹੋਇਆ ਸੀ। ਹਾਈ ਕੋਰਟ ਨੂੰ ਇਹ ਦੱਸਿਆ ਗਿਆ ਸੀ ਕਿ ਮੁਸਲਿਮ ਲਾਅ ਦੇ ਮੁਤਾਬਿਕ ਜਵਾਨੀ ਆਉਣਾ ਅਤੇ ਬਾਲਗ ਹੋਣਾ ਇੱਕ ਹੀ ਗੱਲ ਹੁੰਦੀ ਹੈ ਤੇ ਅਜਿਹਾ ਅੰਦਾਜ਼ਾ ਹੁੰਦਾ ਹੈ ਕਿ 15 ਸਾਲ ਦੀ ਉਮਰ ਵਿੱਚ ਵਿਅਕਤੀ ਬਾਲਿਗ ਹੋ ਜਾਂਦਾ ਹੈ। ਜਦੋਂ ਕੋਈ ਵੀ ਮੁਸਲਿਮ ਲੜਕਾ ਜਾਂ ਲੜਕੀ ਜਵਾਨੀ ਵਿੱਚ ਆ ਜਾਂਦੇ ਨੇ ਤੇ ਉਹ ਆਪਣੀ ਮਰਜ਼ੀ ਨਾਲ ਕਿਸੇ ਨਾਲ ਵੀ ਵਿਆਹ ਕਰਨ ਲਈ ਆਜ਼ਾਦ ਹੁੰਦੇ ਨੇ ਤੇ ਅਜਿਹੇ ਵਿੱਚ ਮਾਪਿਆਂ ਦੀ ਕੋਈ ਦਖਲਅੰਦਾਜ਼ੀ ਨਹੀਂ ਰਹਿ ਜਾਂਦੀ। ਵਿਆਹ ਤੋਂ ਬਾਅਦ ਖਤਰੇ ਦੀ ਸੰਭਾਵਨਾ ਦੇ ਦਰਮਿਆਨ ਪ੍ਰੇਮੀ ਜੋੜੇ ਨੇ ਪਠਾਨਕੋਟ ਦੇ ਐਸਐਸਪੀ ਨੂੰ ਮੰਗ ਪੱਤਰ ਵੀ ਦਿੱਤਾ ਸੀ। ਹਾਲਾਂਕਿ ਇਸ ਦੇ ਬਾਵਜੂਦ ਪੁਲਿਸ ਨੇ ਉਹਨਾਂ ਦੀ ਸੁਰੱਖਿਆ ਨੂੰ ਲੈ ਕੇ ਕੋਈ ਕਦਮ ਨਹੀਂ ਉਠਾਇਆ, ਜਿਸ ਦੇ ਚੱਲਦੇ ਪ੍ਰੇਮੀ ਜੋੜੇ ਵੱਲੋਂ ਹਾਈ ਕੋਰਟ ਦੇ ਵਿੱਚ ਆਪਣੀ ਸੁਰੱਖਿਆ ਨੂੰ ਲੈ ਕੇ ਯਾਚਿਕਾ ਦਾਇਰ ਕੀਤੀ। ਜਗਬਾਣੀ ਟੀਵੀ ਲਈ ਭਗਵਤ ਸਿੰਘ ਦੀ ਰਿਪੋਰਟ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੁਖਵਿਲਾਸ ਨੂੰ ਲੈ ਕੇ ਇੱਕ ਬਿਆਨ ਦਿੱਤਾ। ਬਿਆਨ ਤੋਂ ਬਾਅਦ ਹੁਣ ਸਿਆਸਤ ਸੁਖਵਿਲਾਸ ਹੋਟਲ ਤੇ ਕਾਫੀ ਜ਼ਿਆਦਾ ਗਰਮਾਈ ਹੋਈ ਨਜ਼ਰ ਆ ਰਹੀ ਹੈ। ਹੁਣ ਉਸ ਬਿਆਨ ਦਾ ਜਵਾਬ ਦਿੱਤਾ ਹੈ ਸੁਖਬੀਰ ਸਿੰਘ ਬਾਦਲ ਨੇ। ਸੁਖਬੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਜੋ ਵੀ ਇਨਕੁਆਇਰੀ ਕਰਨੀ ਹੈ ਕਰ ਲਓ। ਚੰਡੀਗੜ੍ਹ ਦੇ ਕੋਲ ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚ ਬਣੇ ਸੁਖਵਿਲਾਸ ਹੋਟਲ ਨੂੰ ਲੈ ਕੇ ਪੰਜਾਬ ਦੀ ਸਿਆਸਤ ਗਰਮਾਈ ਹੋਈ ਹੈ। ਹੁਣ ਸੁਖਬੀਰ ਬਾਦਲ ਨੇ ਸੀਐਮ ਭਗਵੰਤ ਮਾਨ ਨੂੰ ਚੈਲੰਜ ਕਰ ਦਿੱਤਾ ਹੈ। ਬਾਦਲ ਨੇ ਕਿਹਾ ਹੈ ਕਿ ਭਗਵੰਤ ਮਾਨ ਜੋ ਇਨਕੁਆਇਰੀ ਕਰਨਾ ਚਾਹੁੰਦੇ ਨੇ ਕਰਵਾ ਲੈਣ, ਸਾਨੂੰ ਕੋਈ ਫਿਕਰ ਨਹੀਂ, ਪਰਵਾਹ ਨਹੀਂ, ਹਿੰਮਤ ਹੈ ਤਾਂ ਸੁਖਵਿਲਾਸ ਦੇ ਕਾਗਜ਼ ਵੀ ਮੰਗਵਾ ਲਓ। ਜ਼ਿੰਦਗੀ ਵਿੱਚ ਨਾ ਅਸੀਂ ਕੋਈ ਕਾਨੂੰਨ ਤੋੜਿਆ ਹੈ, ਨਾ ਹੀ ਤੋੜਾਂਗੇ। ਭਗਵੰਤ ਮਾਨ ਨੂੰ ਪਤਾ ਨਹੀਂ ਹੈ ਕਿ ਸਰਕਾਰ ਕਿਵੇਂ ਚਲਾਉਣੀ ਹੈ। ਦਰਅਸਲ ਭਗਵੰਤ ਮਾਨ ਨੇ ਸੁਖਵਿਲਾਸ ਦੀ ਜਾਂਚ ਦੀ ਕਾਰਵਾਈ ਦੀ ਗੱਲ ਕਹੀ ਸੀ, ਜਿਸ ਤੇ ਸੁਖਬੀਰ ਬਾਦਲ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਸੀਐਮ ਭਗਵੰਤ ਮਾਨ ਨੇ ਸੰਗਰੂਰ ਵਿੱਚ ਪ੍ਰਚਾਰ ਦੌਰਾਨ ਕਿਹਾ ਸੀ ਕਿ ਸੁਖਵਿਲਾਸ ਹੋਟਲ ਦਾ ਨਾਮ ਤਾਂ ਸਭ ਨੇ ਸੁਣਿਆ ਹੋਵੇਗਾ। ਇਹ ਹੋਟਲ ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚ ਬਣਿਆ ਹੋਇਆ ਸੁਖਬੀਰ ਬਾਦਲ ਦਾ ਹੋਟਲ ਹੈ। ਉਹ ਜੰਗਲਾਤ ਮਹਿਕਮੇ ਦੀ ਜ਼ਮੀਨ ਹੈ, ਉੱਥੇ ਕੋਈ ਕੰਸਟਰਕਸ਼ਨ ਨਹੀਂ ਹੋ ਸਕਦੀ। ਸੁਖਬੀਰ ਬਾਦਲ ਨੇ ਆਪਣੇ ਹੱਕ ਵਿੱਚ ਫੈਸਲਾ ਲਿਆ, ਇਸ ਦੇ ਵੀ ਕਾਗਜ਼ ਕਢਵਾਏ ਜਾਣਗੇ। 21 ਜੂਨ ਨੂੰ ਯੋਗਾ ਦਿਵਸ ਮਨਾਇਆ ਜਾਂਦਾ ਹੈ। ਪੂਰੀ ਦੁਨੀਆ ਦੇ ਵਿੱਚ ਯੋਗਾ ਦਿਵਸ ਮਨਾਇਆ ਜਾਂਦਾ ਹੈ। ਉਧਰ ਚੰਡੀਗੜ੍ਹ ਦੇ ਵਿੱਚ ਵੀ ਇਸ ਦਾ ਪੂਰਾ ਰੂਟ ਪਲਾਨ ਤਿਆਰ ਕਰ ਲਿਆ ਗਿਆ ਹੈ। 21 ਜੂਨ ਨੂੰ ਰੌਕ ਗਾਰਡਨ ਦੇ ਵਿੱਚ ਇੱਕ ਖਾਸ ਸਮਾਗਮ ਕਰਵਾਇਆ ਜਾਵੇਗਾ, ਜਿਸ ਦੀ ਐਡਵਾਈਜ਼ਰੀ ਵੀ ਜਾਰੀ ਕਰ ਦਿੱਤੀ ਗਈ ਹੈ। ਚੰਡੀਗੜ੍ਹ ਪ੍ਰਸ਼ਾਸਨ 21 ਜੂਨ ਨੂੰ ਰੌਕ ਗਾਰਡਨ ਦੇ ਫੇਸ 3 ਦੇ ਵਿੱਚ 8ਵਾਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਏਗਾ। ਇਸ ਵਾਰ ਦੀ ਥੀਮ ਯੋਗ ਫॉर ਹਿਊਮੈਨਿਟੀ ਰਹੇਗੀ ਤੇ ਇਸ ਸਾਲ ਨੂੰ ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਦੇ ਰੂਪ ਵਿੱਚ ਮਨਾਇਆ ਜਾ ਰਿਹਾ ਹੈ। ਅਜਿਹੇ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਵੀ ਖਾਸ ਰਹਿਣ ਵਾਲਾ ਹੈ।
ਰੌਕ ਗਾਰਡਨ ਦੇ ਵਿੱਚ ਅਨੇਕ ਹੀ ਪ੍ਰਤੀਭਾਗੀ ਯਾਨੀ ਕਿ ਹਿੱਸਾ ਲੈਣ ਵਾਲੇ ਇਕੱਠੇ ਹੋ ਕੇ ਯੋਗ ਦੇ ਵੱਖ-ਵੱਖ ਆਸਨ ਕਰ ਫਿਟ ਰਹਿਣ ਦਾ ਸੰਦੇਸ਼ ਦੇਣਗੇ। ਇਸ ਪ੍ਰੋਗਰਾਮ ਨੂੰ ਦੇਖਦੇ ਹੋਏ ਚੰਡੀਗੜ੍ਹ ਟ੍ਰੈਫਿਕ ਪੁਲਿਸ ਨੇ ਰੂਟ ਵੀ ਤਿਆਰ ਕੀਤਾ ਹੈ ਤੇ ਸ਼ਹਿਰ ਦੇ ਵਿੱਚ ਯੋਗ ਦਿਵਸ ਤੇ ਰੌਕ ਗਾਰਡਨ ਜਾਣ ਵਾਲੇ ਲੋਕਾਂ ਨੂੰ ਦਿੱਕਤ ਨਾ ਪੇਸ਼ ਆਵੇ ਇਸ ਦੇ ਲਈ ਵੀ ਕੁਝ ਇੰਤਜ਼ਾਮ ਕੀਤੇ ਗਏ ਨੇ। ਰੌਕ ਗਾਰਡਨ ਦੇ ਵਿੱਚ ਯੋਗ ਦਿਵਸ ਦੇ ਵਿੱਚ ਹਿੱਸਾ ਲੈਣ ਦੇ ਲਈ ਸੈਕਟਰ 134 ਓਲਡ ਬੈਰੀਕੇਡ ਚੌਂਕ ਤੋਂ ਹਾਈ ਕੋਰਟ ਚੌਂਕ ਤੱਕ ਤੇ ਉੱਥੋਂ ਤੋਂ ਸੱਜੇ ਜਾਂਦੇ ਹੋਏ ਰੌਕ ਗਾਰਡਨ ਦੇ ਗੇਟ ਨੰਬਰ 2 ਤੋਂ ਅੰਦਰ ਦਾਖਲ ਹੋ ਸਕੋਗੇ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਕੱਚੀ ਪਾਰਕਿੰਗ ਦੇ ਵਿੱਚ ਗੱਡੀਆਂ ਖੜੀਆਂ ਕੀਤੀਆਂ ਜਾ ਸਕਦੀਆਂ ਨੇ। ਸਵੇਰੇ 5:30 ਵਜੇ ਯੋਗ ਦੇ ਨਾਲ ਜੁੜਿਆ ਹੋਇਆ ਪ੍ਰੋਗਰਾਮ ਸ਼ੁਰੂ ਹੋਵੇਗਾ ਤੇ ਪ੍ਰਧਾਨ ਮੰਤਰੀ ਦੇ ਲਾਈਵ ਟੈਲੀਕਾਸਟ ਦੇ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਹੋਵੇਗੀ ਤੇ ਇਸ ਤੋਂ ਬਾਅਦ ਕਾਮਨ ਯੋਗ ਪ੍ਰੋਟੋਕਾਲ ਦੇ ਤਹਿਤ ਇਹ ਪ੍ਰੋਗਰਾਮ ਹੋਵੇਗਾ। ਚੰਡੀਗੜ੍ਹ ਦੇ ਵਿੱਚ 75 ਥਾਵਾਂ ਤੇ ਯੋਗ ਨਾਲ ਜੁੜੇ ਹੋਏ ਪ੍ਰੋਗਰਾਮ ਰੱਖੇ ਗਏ ਨੇ ਤੇ ਇਸ ਦੇ ਵਿੱਚ ਸ਼ਹਿਰ ਦੇ ਸਾਰੇ ਹੀ ਹੈਲਥ ਅਤੇ ਵੈਲਨੈਸ ਸੈਂਟਰ, ਹਸਪਤਾਲ, ਸਕੂਲ, ਕਾਲਜ, ਸਰਕਾਰੀ ਹੋਟਲ, ਸੁਖਨਾ ਲੇਕ, ਹਾਈ ਕੋਰਟ, ਟੈਰੇਸ ਗਾਰਡਨ, ਪੰਜਾਬ ਯੂਨੀਵਰਸਿਟੀ ਦੇ ਸਣੇ PGI ਵੀ ਸ਼ਾਮਿਲ ਨੇ। ਜਗਬਾਣੀ ਟੀਵੀ ਦੇ ਲਈ ਚੰਡੀਗੜ੍ਹ ਤੋਂ ਭਗਵਤ ਸਿੰਘ ਦੀ ਰਿਪੋਰਟ। ਉਧਰ ਅਗਨੀਪਥ ਸਕੀਮ ਦਾ ਵਿਰੋਧ ਦੇਸ਼ ਭਰ ਦੇ ਵਿੱਚ ਚੱਲ ਰਿਹਾ। ਵੱਖ-ਵੱਖ ਥਾਵਾਂ ਤੇ ਪ੍ਰਦਰਸ਼ਨ ਹੋ ਰਹੇ ਨੇ। ਵੱਖ-ਵੱਖ ਥਾਵਾਂ ਤੇ ਪ੍ਰਦਰਸ਼ਕ ਹਿੰਸਕ ਹੁੰਦੇ ਹੋਏ ਵੀ ਨਜ਼ਰ ਆ ਰਹੇ ਨੇ। ਉਧਰ ਇਸ ਪੂਰੇ ਮਾਮਲੇ ਨੂੰ ਲੈ ਕੇ ਜਦੋਂ NCC ਦੇ ਡਾਇਰੈਕਟਰ ਨਾਲ ਗੱਲਬਾਤ ਕਰਨੀ ਚਾਹੀ ਤਾਂ ਜਾਣੋ ਕੀ ਕੁਝ ਕਹਿਣਾ ਹੈ ਉਹਨਾਂ ਦਾ। ये जो रिक्रूटमेंट मॉडल है, इसके अंदर जो अग्निवीर हैं वो 4 साल के लिए हमारे साथ देश की सेवा करेंगे। 4 साल पूरे होने के बाद उनके पास 2 ऑप्शन हैं, या तो वो परमानेंट हो सकते हैं या वो अपनी सेवरेंस पे लेके सेंट्रल आर्म्ड पुलिस फोर्सेस, प्राइवेट सेक्टर, किसी और प्रोफेशन में आगे बढ़ सकते हैं। जो भी इनमें से सबसे काबिल अग्निवीर होंगे 25% फौज में परमानेंट कर दी जाएंगी। फौज की वर्दी तो एक दिन डालने से आदमी का आउटलुक बदली होता है। इनको तो हम 4 साल अपने साथ ट्रेनिंग करेंगे, आगे बढ़ेंगे, देश के तमाम चैलेंजेस जो हैं उनके साथ हमारे साथ खड़े होकर लड़ेंगे। ये तो इनके लिए बहुत ही एक अपॉर्चुनिटी है। हर चीज़ का एक नज़रिया होता है। आपको मैंने एक पर्सपेक्टिव दिया है कि ये एक ऐसा स्टेप है जिसके अंदर हमारी फ़ौज की यंगर प्रोफाइल बनती है। 23-24 साल का एवरेज हमारा सोल्जर रहेगा, टेक्नोलॉजिकली एडवांस रहेगा, तो देश की तो जो आर्मी है उसका प्रोफेशनल कॉम्पिटेंस तो बढ़ गया ना। सर एक सवाल और है, जब पहले हम देखते हैं जो फ़ौज का रूल है उसमें जो एक फ़ौजी बन जाता है उसको फ़ौज से भागने का अधिकार नहीं होता, वो भाग नहीं सकता। लेकिन ये समय जो आपने दिया है, सरकार ने दिया है 4 साल का, इसमें आपने एक फ़ौजी तैयार कर देना पूरा वो जाएगा। हो सकता है आने वाले समय में वो गलत हाथों में चला जाए या उसका दिमाग गलत चला जाए, तो फिर ਜਗਬਾਣੀ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਦੋਸਤੋ, ਦੇਸ਼ ਭਰ ਦੇ ਵਿੱਚ ਵਿਰੋਧ ਹੋ ਰਿਹਾ ਅਗਨੀਪਥ ਸਕੀਮ ਨੂੰ ਲੈ ਕੇ ਨੌਜਵਾਨਾਂ ਦੇ ਵੱਲੋਂ ਵੱਡੇ ਪੱਧਰ ਤੇ ਵਿਰੋਧ ਕੀਤਾ ਜਾ ਰਿਹਾ ਹੈ। ਪਰ ਜਾਣਨਾ ਜ਼ਰੂਰੀ ਹੈ ਕਿ ਸਰਕਾਰ ਦੇ ਵੱਲੋਂ ਇਹ ਜੋ ਸਕੀਮ ਲਿਆਂਦੀ ਗਈ ਹੈ ਇਹ ਕਿੰਨੀ ਕੁ ਕਾਰਗਰ ਸਾਬਿਤ ਹੋਵੇਗੀ ਇਹਨਾਂ ਨੌਜਵਾਨਾਂ ਦੇ ਲਈ। ਇਸ ਵੇਲੇ ਸਾਡੇ ਨਾਲ ਮੌਜੂਦ ਨੇ ਮੇਜਰ ਜਨਰਲ ਰਾਜੀਵ ਸ਼ਿੱਬਰ। ਗੱਲਬਾਤ ਕਰਦੇ ਹਾਂ, ਉਹਨਾਂ ਤੋਂ ਸਵਾਲਾਂ ਦੇ ਜਵਾਬ ਲਵਾਂਗੇ। ਸਰ ਸਵਾਗਤ है। जय हिंद। सबसे पहले मैं आपके माध्यम से बताना चाहूँगा कि जो अग्निपथ रिक्रूटमेंट मॉडल स्कीम देश ने इंट्रोड्यूस की है ये बहुत प्रोग्रेसिव स्टेप है देश के लिए। कहीं कुछ कन्फ्यूजन है हमारे नौजवानों में इस स्कीम को लेके, तो मैं चाहता हूँ कि मैं कुछ एक चीज़ें समझाऊँ आपको, ये चीज़ें इन तक पहुँचें। ये जो रिक्रूटमेंट मॉडल है इसके अंदर जो अग्निवीर हैं वो 4 साल के लिए हमारे साथ देश की सेवा करेंगे। 4 साल पूरे होने के बाद उनके पास 2 ऑप्शन हैं,
या तो वो परमानेंट हो सकते हैं या वो अपनी सेवरेंस पे लेके सेंट्रल आर्म पुलिस फोर्सेस, प्राइवेट सेक्टर, किसी और प्रोफेशन में आगे बढ़ सकते हैं। जो भी इनमें से सबसे काबिल अग्निवीर होंगे 25% फौज में परमानेंट कर दी जाएंगे। कुछ सवाल उठ रहे हैं जॉब सिक्योरिटी को लेके कि हमारी जॉब सिक्योरिटी क्या होगा, तो मैं उसके लिए बताना चाहता हूं कि ये कोई कंपल्सरी स्कीम नहीं है कि आपको अग्निवीर ही बनना है। ये तो आपके ऊपर डिपेंड है। अगर आप अग्निवीर बनना चाहते हैं, अगर आप समझते हैं कि आपको जॉब सिक्योरिटी चाहिए और आपको दिल में एक भय है कि शायद मैं 25% की कैटेगरी में ना आ पाऊं, तो उनके लिए बहुत और गवर्नमेंट ऑफ इंडिया के इदारे हैं जहां पर नौकरी कर सकते हैं। इंडियन रेलवेज की नफरी 14 लाख है। सेंट्रल आर्म पुलिस फोर्सेस हमारे यहाँ उनकी नफरी तकरीबन 10 लाख के ऊपर है। हर स्टेट में पुलिस है, बहुत नफरी है उनकी। आप वहां नौकरी देख सकते हैं। यहां पे तो आपको करनी है देश की सेवा 4 साल के लिए, और अपने आप को आपने खुशकिस्मत समझना है कि आपको ये मौका मिला, और इसकी ट्रेनिंग लेने के बाद आपका जो मोटिवेशन लेवल है, डिसिप्लिन लेवल है, वो कई दर्जे बढ़ जाता है। फौज की वर्दी तो एक दिन डालने से आदमी का आउटलुक बदली होता है। इनको तो हम 4 साल अपने साथ ट्रेनिंग करेंगे, आगे बढ़ेंगे, देश के तमाम चैलेंजेस जो हैं उनके साथ हमारे साथ खड़े होकर लड़ेंगे। ये तो इनके लिए बहुत ही एक अपॉर्चुनिटी है जिसको इन्होंने इस नजरिए से देखना है। और मैं तो उनको भी ये एक एडवाइस देना चाहूँगा कि समय कम है रिक्रूटमेंट के लिए, 2 महीने में हमारी रिक्रूटमेंट स्टार्ट होने वाली है। आंदोलन वगैरह को आप पीछे हटाइए और मेहनत करिए ताकि आप आने वाले टेस्ट में उत्तीर्ण हो पाएं। जैसे कि आप जानते हैं कि इंडियन आर्मी की जो रिक्रूटमेंट है आसान नहीं है। वो फिजिकल फिटनेस बहुत हाई दर्जे की होनी चाहिए, मेडिकल फिटनेस होनी चाहिए, और जो रिटन एग्जाम वो भी क्लियर करना है। मेरी कुछ जो साबका फौजी अधिकारी हैं उनसे बात हुई थी, तो उन्होंने इस स्कीम को जो सरकार के द्वारा लाई जा रही है उसको ठीक नहीं माना, उन्होंने गलत माना इसको। देखिए, हर चीज़ का एक नज़रिया होता है। आपको मैंने एक पर्सपेक्टिव दिया है कि ये एक ऐसा स्टेप है जिसके अंदर हमारी फौज की यंगर प्रोफाइल बनती है। 23-24 साल का एवरेज हमारा सोल्जर रहेगा, टेक्नोलॉजिकली एडवांस रहेगा। तो देश की तो जो आर्मी है उसका प्रोफेशनल कॉम्पिटेंस तो बढ़ गया ना। अगर हम इसको किसी और से जोड़ें चीज़ को, तो शायद वो ठीक नहीं होगा। हमने देखना है कि देश के हित में क्या है और इंडियन आर्मी, नेवी, एयरफोर्स के हित में क्या है। सर एक सवाल और है, जब पहले हम देखते हैं जो फौज का रूल है उसमें जो एक फौजी बन जाता है उसको फौज से भागने का अधिकार नहीं होता, वो भाग नहीं सकता। लेकिन ये समय जो आपने दिया है, सरकार ने दिया है 4 साल का, इसमें आपने एक फौजी तैयार कर देना पूरा का पूरा। वो जाएगा, हो सकता है आने वाले समय में वो गलत हाथों में चला जाए या उसका दिमाग गलत चला जाए, तो फिर आपने जो सवाल किया है इसका मैं जवाब ये दूंगा कि तमाम डेवलप्ड कंट्रीज के अंदर बहुत से नौजवान हैं जिनको कुछ एक कंट्रीज में है कॉन्स्क्रिप्शन कि आपको 3 साल 5 साल फौजी नौकरी करना ही है, और बाकी के देशों में यही मॉडल होता है कि जो परमानेंट कार्डर है वो बहुत छोटा रहता है और सपोर्ट कार्डर बड़ा रहता है। वो कंट्रीज तो आज बहुत आगे बढ़ गई हैं। अगर यही होता तो शायद वहाँ लॉ एंड ऑर्डर की प्रॉब्लम रहती। ऐसा तो नहीं है। इंग्लैंड में, यूएसए में, इजराइल में बहुत एडवांस कंट्रीज हैं, ये यही मॉडल अप्लाई करते हैं। मैं किसी भी तरीके से ये नहीं बोलना चाह रहा हूँ कि जो मॉडल वो अप्लाई कर रहे हैं हम उसको कॉपी कर रहे हैं, नहीं। अभी 21वीं सदी में इंडियन आर्मी बहुत इवॉल्व कर गई है, तो अभी इस समय ये समझा गया कि ये मॉडल हमारे लिए बहुत हितकारी रहेगा, एडवांटेज रहेगा, इसलिए हमने इसको इम्प्लीमेंट किया है। क्या कारण मानते हो जो नौजवान हैं अभी भी वो मानने के लिए तैयार नहीं है, जबकि जो समय है उनके पास बहुत कम रह गया? क्या कारण हो सकते हैं इसमें? मैं इसका सिर्फ एक ही कारण बताऊंगा, एजुकेशन। इस स्कीम को समझने के लिए कुछ एक चीजें जानना बहुत जरूरी है। पहली बात, इट इज नॉट अ कंपल्सरी स्कीम।
कोई कंपल्शन तो है नहीं आपको अग्निवीर बनना ही होगा, नहीं है। बिल्कुल। आपके पास बहुत ऑप्शंस हैं, पुलिस में जा सकते हैं, गवर्नमेंट ऑफ इंडिया के इंडियन रेलवेज हैं, और बहुत सारे इदारे हैं जहां पर आपको परमानेंट जॉब सिक्योरिटी मिलेगी। अगर जॉब सिक्योरिटी को लेके ही हमारा इशू आज मुद्दा खड़ा हो रहा है, तो उसके जवाब में मैं ये कहना चाहता हूं, और अगर आप अपने आप को समझते हैं कि आप बहुत ही काबिल अग्निवीर बनेंगे, तो आप अपने आप ऑटोमेटिकली 25% कैटेगरी में आ जाएंगे। तो आप तो हर तरीके से जीत गए। आपको 4 साल नौकरी करने का मौका मिला, और उसके बाद आपने परमानेंट भी हो गए आप। और अगर आप समझते हैं कि आप उस 25% नहीं आएंगे, तो गवर्नमेंट आपको रिजर्वेशन दे रही है और एजेंसीज के अंदर। इसके अलावा तमाम प्राइवेट सेक्टर खाली पड़े हैं जहां पर बहुत डिमांड रहेगी ऐसे नौजवानों की जिन्होंने फौजी नौकरी की हो। तो मेरी समझ से इसको हमने पॉजिटिवली तरीके से लेना है, और जो गवर्नमेंट ऑफ इंडिया ने स्टेप लिया है इसका पूरा सपोर्ट करना है और इसको आगे बढ़ाना है, ताकि देश तरक्की की राह पर चले। ਸ਼ੁਕਰੀਆ ਸੋ ਗੱਲਬਾਤ ਹੋਈ ਹੈ, ਜੋ ਸਵਾਲਾਂ ਦੇ ਜਵਾਬ ਲੈਣਾ ਚਾਹੁੰਦੇ ਸੀ ਉਹ ਮਿਲੇ ਨੇ, ਕਿਉਂਕਿ ਨੌਜਵਾਨਾਂ ਦੇ ਵਿੱਚ ਕਾਫੀ ਜ਼ਿਆਦਾ ਗੁੱਸਾ ਦੇਖਣ ਨੂੰ ਮਿਲਦਾ ਪਿਆ ਹੈ। ਅੱਜ ਦੇਸ਼ ਭਰ ਦੇ ਵਿੱਚ ਵੱਡੇ ਪੱਧਰ ਤੇ ਪ੍ਰਦਰਸ਼ਨ ਹੋ ਰਿਹਾ ਹੈ, ਤੇ ਜੋ ਫੌਜ ਦੇ ਅਧਿਕਾਰੀ ਨੇ ਉਹਨਾਂ ਦੇ ਵੱਲੋਂ ਵੀ ਵੱਡੇ ਪੱਧਰ ਤੇ ਅਪੀਲ ਕੀਤੀ ਗਈ ਹੈ ਇਹਨਾਂ ਨੌਜਵਾਨਾਂ ਨੂੰ ਕਿ ਇਸ ਸਕੀਮ ਦਾ ਕੋਈ ਜ਼ਰੂਰੀ ਨਹੀਂ ਹੈ, ਕੋਈ ਕੰਪਲਸਰੀ ਨਹੀਂ ਹੈ ਕਿ ਵੀ ਉਹ ਇਸ ਸਕੀਮ ਦਾ ਲਾਹਾ ਲੈਣ। ਹੋਰ ਵੀ ਆਪਸ਼ਨਸ ਜਿਹੜੀਆਂ ਹੈਗੀਆਂ ਪ੍ਰਾਈਵੇਟ ਅਦਾਰਿਆਂ ਦੇ ਵਿੱਚ, ਗਵਰਨਮੈਂਟ ਅਦਾਰਿਆਂ ਦੇ ਵਿੱਚ ਹੈਗੀਆਂ ਨੇ, ਉਸ ਦਾ ਫਾਇਦਾ ਲੈ ਸਕਦੇ ਨੇ। ਪਰ ਜੋ ਸਰਕਾਰ ਦੇ ਵੱਲੋਂ ਇਹ ਸਕੀਮ ਲਿਆਂਦੀ ਗਈ ਹੈ ਉਸ ਦਾ ਸਿੱਧੇ ਤੌਰ ਤੇ ਇਹਨਾਂ ਨੌਜਵਾਨਾਂ ਨੂੰ ਲਾਭ ਹੋਵੇਗਾ। ਤੁਸੀਂ ਬਣੇ ਰਹੋ ਜਗਬਾਣੀ ਟੀਵੀ ਦੇ ਨਾਲ। ਮੇਰੇ ਨਾਲ ਕੈਮਰਾ ਪਰਸਨ ਜਸ਼ਨ। ਅਗਨੀਪਥ ਸਕੀਮ ਦੇ ਵਿਰੋਧ ਦੇ ਵਿੱਚ ਦੇਸ਼ ਭਰ ਦੇ ਵਿੱਚ ਭਾਰਤ ਬੰਦ ਦਾ ਐਲਾਨ ਕੀਤਾ ਗਿਆ ਸੀ। ਉਧਰ ਚੰਡੀਗੜ੍ਹ ਦੇ ਵਿੱਚ ਵੀ ਇਸ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਸੀ, ਤੇ ਇਸੇ ਦੇ ਚੱਲਦਿਆਂ ਚੰਡੀਗੜ੍ਹ ਦੇ ਵਿੱਚ ਵੱਖ-ਵੱਖ ਥਾਵਾਂ ਤੇ ਲਗਾਤਾਰ ਪੁਲਿਸ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ। ਕੇਂਦਰ ਦੀ ਅਗਨੀਪਥ ਯੋਜਨਾ ਦੇ ਖਿਲਾਫ ਸੋਮਵਾਰ ਨੂੰ ਮੁਲਕ ਦੇ ਵਿੱਚ ਭਾਰਤ ਬੰਦ ਦਾ ਐਲਾਨ ਕੀਤਾ ਗਿਆ, ਜਿਸ ਦੇ ਚੱਲਦੇ ਚੰਡੀਗੜ੍ਹ ਪੁਲਿਸ ਵੱਲੋਂ ਅਲਰਟ ਜਾਰੀ ਕੀਤਾ ਗਿਆ। ਚੰਡੀਗੜ੍ਹ ਸ਼ਹਿਰ ਦੇ ਹਰ ਸੈਕਟਰ ਦੇ ਵਿੱਚ ਪੁਲਿਸ ਵੱਲੋਂ ਗਸ਼ਤ ਕੀਤੀ ਜਾ ਰਹੀ ਹੈ, ਤੇ ਸੈਕਟਰਾਂ ਦੇ ਬਾਹਰ ਅਤੇ ਅੰਦਰਲੇ ਰੋਡ ਉੱਤੇ ਪੁਲਿਸ ਵੱਲੋਂ ਨਾਕਾਬੰਦੀ ਵੀ ਕੀਤੀ ਗਈ, ਤਾਂ ਕਿ ਕੋਈ ਸ਼ਰਾਰਤੀ ਤੱਤ ਕਿਸੇ ਪ੍ਰਕਾਰ ਦੀ ਕੋਈ ਹਰਕਤ ਨਾ ਕਰੇ। ਇਸ ਦੇ ਚਲਦੇ ਹੀ ਸੈਕਟਰ 28 ਦੀ ਮੋਟਰ ਮਾਰਕੀਟ ਦੇ ਸਾਹਮਣੇ ਸੈਕਟਰ 26 ਦੀ ਥਾਣਾ ਪੁਲਿਸ ਵੱਲੋਂ ਨਾਕਾ ਲਗਾ ਕੇ ਹਰ ਆਉਣ ਜਾਣ ਵਾਲੇ ਵਾਹਨ ਦੀ ਚੈਕਿੰਗ ਕੀਤੀ ਗਈ, ਤੇ ਇਸ ਦੌਰਾਨ ਥਾਣਾ ਮੁਖੀ ਇੰਸਪੈਕਟਰ ਮਨਿੰਦਰ ਸਿੰਘ ਖੁਦ ਵੀ ਮੌਜੂਦ ਰਹੇ ਅਤੇ ਹਰ ਆਉਣ ਜਾਣ ਵਾਲੇ ਵਾਹਨ ਨੂੰ ਰੋਕ ਕੇ ਉਸ ਦੀ ਤਲਾਸ਼ੀ ਲਈ ਗਈ। ਇਸ ਮੌਕੇ ਬੋਲਦਿਆਂ ਹੋਇਆ ਥਾਣਾ ਮੁਖੀ ਮਨਿੰਦਰ ਸਿੰਘ ਨੇ ਕਿਹਾ ਕਿ ਵੱਡੇ ਅਫਸਰਾਂ ਦੇ ਆਦੇਸ਼ਾਂ ਦੇ ਅਨੁਸਾਰ ਇਹ ਨਾਕਾ ਲਗਾਇਆ ਗਿਆ ਹੈ, ਤੇ ਸੈਨਾ ਦੀ ਅਗਨੀਪਥ ਯੋਜਨਾ ਦੇ ਖਿਲਾਫ ਜੋ ਭਾਰਤ ਬੰਦ ਦਾ ਐਲਾਨ ਕੀਤਾ ਗਿਆ ਹੈ ਉਸ ਦੇ ਮੱਦੇਨਜ਼ਰ ਨਾਕਾ ਲਗਾ ਕੇ ਹਰ ਵਾਹਨ ਦੀ ਚੈਕਿੰਗ ਕੀਤੀ ਜਾ ਰਹੀ ਹੈ। ਸਾਡੇ ਦਾ ਪਰਪਸ ਇਹ ਹੈ ਕਿ ਸਾਡੇ ਸੀਨੀਅਰ ਅਫਸਰਾਂ ਨੇ ਸਾਰੇ ਚੰਡੀਗੜ੍ਹ 'ਚ ਅਲਰਟ ਕੀਤਾ ਹੋਇਆ ਹੈ, ਕਿਉਂਕਿ ਜੋ ਅਗਨੀਪਥ ਦੇ ਰਿਲੇਟਡ ਲੈ ਕੇ ਸਾਰੇ ਹੋਰ ਸਟੇਟਾਂ ਜਿੱਦਾਂ ਦਾ ਤੁਸੀਂ ਦੇਖ ਹੀ ਰਹੇ ਹੋ ਰਿਹਾ ਵੀ ਇੱਦਾਂ ਦਾ ਕੋਈ ਬੈਡ ਅਨਸਰ ਕੋਈ ਗੱਡੀਆਂ ਬਾਹਰ ਦੀਆਂ ਲਿਆ ਕੇ ਇੱਥੇ ਚੰਡੀਗੜ੍ਹ ਦੇ ਮਾਹੌਲ ਖਰਾਬ ਨਾ ਕਰਨ। ਇਸ ਕਰਕੇ ਅਸੀਂ ਅਲਰਟ ਕਰਕੇ ਹਰ ਗੱਡੀ ਨੂੰ ਚੈੱਕ ਕਰਦੇ ਹਾਂ, ਕੋਈ ਸਸਪੈਕਟਡ ਬੰਦਾ, ਕੋਈ ਸਸਪੈਕਟਡ ਕੋਈ ਅੰਦਰ ਚੀਜ਼ ਕੋਈ ਇੱਦਾਂ ਨਾ ਹੋਏ ਜਿਹਦਾ ਕਰਕੇ ਚੰਡੀਗੜ੍ਹ ਦਾ ਕੋਈ ਮਾਹੌਲ ਬਣਾਉਣ ਦੀ ਕੋਸ਼ਿਸ਼ ਕਰ ਸਕਦੇ। ਤੁਹਾਨੂੰ ਦੱਸ ਦਈਏ ਕਿ ਨਾਕਾ ਲਗਾਏ ਜਾਣ ਤੋਂ ਬਾਅਦ ਪੁਲਿਸ ਵੱਲੋਂ ਹਰ ਵਾਹਨ ਦੇ ਵਿੱਚ ਸਵਾਰ ਲੋਕਾਂ ਕੋਲੋਂ ਉਹਨਾਂ ਦੇ ਕਾਗਜ਼ਾਤ ਵੀ ਮੰਗੇ ਗਏ, ਅਤੇ ਉਹਨਾਂ ਤੋਂ ਇਹ ਵੀ ਪੁੱਛਿਆ ਗਿਆ ਕਿ ਉਹ ਕਿੱਥੋਂ ਆ ਰਹੇ ਨੇ ਤੇ ਕਿੱਥੇ ਜਾ ਰਹੇ ਨੇ, ਤੇ ਹਰ ਸ਼ਖਸ ਉੱਤੇ ਪੁਲਿਸ ਨੇ ਸਖਤ ਨਜ਼ਰ ਬਣਾਏ ਰੱਖੀ। ਜਗਬਾਣੀ ਟੀਵੀ ਲਈ ਚੰਡੀਗੜ੍ਹ ਤੋਂ ਕੁਲਦੀਪ ਕੁਮਾਰ ਦੀ ਰਿਪੋਰਟ। ਸਿੱਧੂ ਮੂਸੇਵਾਲਾ ਕਤਲकांड ਨੂੰ ਲੈ ਕੇ ਦੁਨੀਆ ਭਰ ਦੇ ਵਿੱਚ ਰੋਸ ਹੈ। ਉਹਨਾਂ ਦੇ ਚਾਹਣ ਵਾਲਿਆਂ ਦੀ ਗਿਣਤੀ ਕਾਫੀ ਜ਼ਿਆਦਾ ਹੈ, ਤੇ ਇਸੇ ਦੇ ਚੱਲਦਿਆਂ ਸ਼ਹੀਦ ਭਗਤ ਸਿੰਘ ਯੂਥ ਕਲੱਬ ਵੱਲੋਂ ਵੀ ਇੱਕ ਕੈਂਡਲ ਮਾਰਚ ਕੱਢਿਆ ਗਿਆ, ਤੇ ਇਸ ਦੌਰਾਨ ਉਹਨਾਂ ਨੇ ਇਨਸਾਫ ਦੀ ਮੰਗ ਕੀਤੀ। ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਦੀ ਹੱਤਿਆ ਨੂੰ 3 ਹਫ਼ਤੇ ਹੋ ਚੁੱਕੇ ਨੇ। ਇਸ ਦੇ ਬਾਵਜੂਦ ਪੰਜਾਬ ਪੁਲਿਸ ਹਾਲੇ ਤੱਕ ਇਸ ਹੱਤਿਆਕਾਂਡ ਨੂੰ ਪੂਰੀ ਤਰ੍ਹਾਂ ਨਹੀਂ ਸੁਲਝਾ ਪਾਈ ਹੈ। ਇਸ ਦੇ ਚੱਲਦਿਆਂ ਪੰਜਾਬ ਸਮੇਤ ਕਈ ਥਾਵਾਂ ਤੇ ਸਿੱਧੂ ਮੂਸੇਵਾਲਾ ਦੇ ਇਨਸਾਫ ਦੇ ਲਈ ਆਵਾਜ਼ਾਂ ਉੱਠ ਰਹੀਆਂ ਨੇ। ਚੰਡੀਗੜ੍ਹ ਵਿੱਚ
ਭਗਤ ਸਿੰਘ ਯੂਥ ਕਲੱਬ ਹਲਮਾਜਰਾ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਦੌਰਾਨ ਕੈਂਡਲ ਮਾਰਚ ਵੀ ਕੱਢਿਆ ਗਿਆ। ਕਲੱਬ ਨਾਲ ਜੁੜੇ ਨੌਜਵਾਨਾਂ ਨੇ ਕਿਹਾ ਹੈ ਕਿ ਮੂਸੇਵਾਲਾ ਦੀ ਹੱਤਿਆ ਨੂੰ ਇੰਨਾ ਸਮਾਂ ਬੀਤਣ ਦੇ ਬਾਵਜੂਦ ਪੰਜਾਬ ਪੁਲਿਸ ਹਾਲੇ ਤੱਕ ਸ਼ੂਟਰਸ ਨੂੰ ਗ੍ਰਿਫਤਾਰ ਨਹੀਂ ਕਰ ਪਾਈ। ਉਧਰ ਕੋਰੋਨਾ ਦਾ ਕਹਿਰ ਇੱਕ ਵਾਰ ਫਿਰ ਤੋਂ ਵਧਣਾ ਸ਼ੁਰੂ ਹੋ ਗਿਆ ਹੈ। ਮਾਮਲੇ ਫਿਰ ਤੋਂ ਉੱਠਣ ਲੱਗ ਪਏ ਨੇ। ਪਿਛਲੇ ਮਹੀਨਿਆਂ ਦੇ ਮੁਕਾਬਲੇ ਜੂਨ ਮਹੀਨੇ ਦੀ ਗੱਲ ਕੀਤੀ ਜਾਵੇ ਤਾਂ ਇਸ ਦੌਰਾਨ ਕਾਫੀ ਜ਼ਿਆਦਾ ਕੋਰੋਨਾ ਦੇ ਐਕਟਿਵ ਕੇਸਿਸ ਸਾਹਮਣੇ ਆਏ ਨੇ। ਚੰਡੀਗੜ੍ਹ ਵਿੱਚ ਪਿਛਲੇ ਕਰੀਬ 2 ਮਹੀਨਿਆਂ ਤੋਂ ਕੋਰੋਨਾ ਵੱਧ ਰਿਹਾ ਹੈ। ਮਈ ਦੇ ਮੁਕਾਬਲੇ ਜੂਨ ਵਿੱਚ ਲਗਭਗ 3 ਤੋਂ 4 ਗੁਣਾ ਤੇਜ਼ੀ ਦੇ ਨਾਲ ਕੇਸ ਵੱਧ ਰਹੇ ਨੇ। ਇੱਕ ਹੀ ਦਿਨ ਵਿੱਚ 50 ਤੋਂ ਜ਼ਿਆਦਾ ਕੇਸ ਸਾਹਮਣੇ ਆ ਰਹੇ ਨੇ। ਸ਼ਹਿਰ ਵਿੱਚ ਪਿਛਲੇ 2.5 ਸਾਲਾਂ ਵਿੱਚ 93,057 ਕੋਰੋਨਾ ਕੇਸ ਸਾਹਮਣੇ ਆ ਚੁੱਕੇ ਨੇ। ਹਾਲੇ ਤੱਕ 1,165 ਕੋਰੋਨਾ ਪ੍ਰਭਾਵਿਤ ਲੋਕਾਂ ਦੀ ਜਾਨ ਜਾ ਚੁੱਕੀ ਹੈ। 91,570 ਮਰੀਜ਼ ਹਾਲੇ ਠੀਕ ਹੋ ਚੁੱਕੇ ਨੇ। ਕੋਰੋਨਾ ਦੇ ਐਕਟਿਵ ਕੇਸ 322 ਹੋ ਚੁੱਕੇ ਨੇ। ਬੀਤੇ ਐਤਵਾਰ ਨੂੰ ਕੋਰੋਨਾ ਦੇ 73 ਨਵੇਂ ਕੇਸ ਸਾਹਮਣੇ ਆਏ। ਇਹ ਕਾਫੀ ਜ਼ਿਆਦਾ ਹਨ। 1,233 ਲੋਕਾਂ ਦੇ ਸੈਂਪਲ ਲਏ ਗਏ ਨੇ। ਇਸ ਦੇ ਹਿਸਾਬ ਨਾਲ ਪੋਜ਼ਿਟਿਵਿਟੀ ਰੇਟ 5.92 ਦਰਜ ਕੀਤੀ ਗਈ ਹੈ। ਸਭ ਤੋਂ ਵੱਧ 6 ਮਰੀਜ਼ ਸੈਕਟਰ 21 ਅਤੇ ਮਨੀਮਾਜਰਾ ਤੋਂ ਮਿਲੇ। ਉਧਰ ਹਫ਼ਤੇ ਦਾ ਪੋਜ਼ਿਟਿਵਿਟੀ ਰੇਟ ਵੀ ਵੱਧ ਕੇ 4.18% ਹੋ ਚੁੱਕਿਆ ਹੈ। ਰੁਕ ਮੌਸਮ ਦਾ ਕਰ ਲੈਂਦੇ ਹਾਂ ਤਾਂ ਲਗਾਤਾਰ ਗਰਮੀ ਤੋਂ ਬਾਅਦ ਹੁਣ ਮੌਸਮ ਨੇ ਕਰਵਟ ਲਈ ਹੈ ਤਾਂ ਥੋੜਾ ਜਿਹਾ ਗਰਮੀ ਤੋਂ ਰਾਹਤ ਲੋਕਾਂ ਨੂੰ ਜ਼ਰੂਰ ਮਿਲੀ ਹੈ। ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ ਅੱਜ ਵੱਧ ਤੋਂ ਵੱਧ ਤਾਪਮਾਨ 31.3 ਡਿਗਰੀ ਸੈਲਸੀਅਸ ਤੇ ਘੱਟੋ ਘੱਟ ਤਾਪਮਾਨ 24.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਤਾਂ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਬਸ ਇੰਨਾ ਹੀ। ਫਿਰ ਹੋਵੇਗੀ ਮੁਲਾਕਾਤ। ਸਤਿ ਸ਼੍ਰੀ ਅਕਾਲ।